ਸਾਹਿਬ ਜੀਓ। ਗੁਰਪੂਰਾ ਜਿਨ ਸਿਮਰਿਆ ਸਈ ਭੈ ਨਿਹਾਲ। ਨਾਨਕ ਨਾਮ ਅਰਾਧਨਾ ਕਾਰਜ ਆਵੈ ਰਾਸ। ਸਿਮਰਤ ਸਾਸਤਰ ਵੇਦ ਪ੍ਰਾਣ ਪ੍ਰਕਾਰ ਨ ਪੋਥੀਆਂ। ਨਾਮ ਬਿਨਾ ਸਭ ਕੂੜ ਗਾਲੀ ਮੱਛੀਆਂ। ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸਿਵਕ ਜਨ ਮਾਨੈ ਪ੍ਰਤਾਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਈ। ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪੰਜਵਾਂ। ਅਨਕ ਰਸਾ ਖਾਏ ਜੈਸੇ ਢੋਰ। ਮੋਹ ਕੀ ਜੇਵਰੀ ਬਾਧਿਓ ਚੋਰ। ਅਨਕ ਰਸਾ ਖਾਏ ਜੈਸੇ ਢੋਰ। ਮੋਹ ਕੀ ਜੇਵਰੀ ਬਾਧਿਓ ਚੋਰ। ਮਿਰਤਕ ਦੇ ਸਾਧ ਸੰਗ ਬਿਹੁਨਾ। ਆਵਤ ਜਾਤ ਜੋਨੀ ਦੁਖ ਖੀਨਾ। ਰਹਾਉ ਅਨਕ ਬਸਤਰ ਸੁੰਦਰ ਪਹਿਰਾਇਆ। ਜਿਉ ਡਰਨਾ ਖੇਤ ਮਾਹੇ ਡਰਾਇਆ। ਸਗਲ ਸਰੀਰ ਆਵਤ ਸਭ ਕਾਮ। ਨਿਫਲ ਮਾਨੁਖ ਜਪੇ ਨਹੀਂ ਨਾਮ। ਸਗਲ ਸਰੀਰ ਆਵਤ ਸਭ ਕਾਮ। ਨਿਫਲ ਮਾਨੁਖ ਜਪੈ ਨਹੀਂ ਨਾਮ। ਕਹੋ ਨਾਨਕ ਜਾਂ ਕੋ ਪਹਿ ਦਿਆਲਾ। ਸਾਧ ਸੰਗ ਗੋਬਾਲਾ। ਕਹੋ ਨਾਨਕ ਜਾਂ ਕਉ ਪਹਿ ਦਿਆਲਾ। ਸਾਧ ਸੰਗ ਮਿਲ ਭਜੇ ਗੋਪਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਵੱਡਿਆ ਭਾਗਾਂ ਵਾਲੇ ਹੋ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਨਾਨਕ ਪਿਓ ਦੀ ਯਾਤਰਾ ਕਰਕੇ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨਮੁਖ ਹੋ ਕੇ ਆਪਣੇ ਜੀਵਨ ਦੀਆਂ ਅਨਮੋਲ ਘੜੀਆਂ ਦਾ ਆਨੰਦ ਪ੍ਰਾਪਤ ਕਰ ਰਹੇ ਹੋ। ਆਪ ਜੀ ਨੂੰ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਸ਼ਾਨ ਹਜ਼ੂਰੀ ਰਾਗੀ ਗੁਰਦੁਆਰਾ ਸੀਸਗੰਜ ਸਾਹਿਬ ਆਸਾ ਜੀ ਕੀ ਵਾਰ ਦੇ ਕੀਰਤਨਾਂ ਜੋੜਦੇ ਸੀ। ਹੁਣ ਸਮਾਂ ਹੈ ਹਰ ਰੋਜ਼ ਦੀ ਤਰ੍ਹਾਂ ਗੁਰ ਸ਼ਬਦ ਦੀ ਵਿਚਾਰ ਦਾ। ਗੁਰ ਸ਼ਬਦ ਦੀ ਵਿਚਾਰ ਆਪ ਜੀ ਨੂੰ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਗ੍ਰੰਥੀ ਮਹਿਰੋਲੀ ਵਾਲੇ ਆਪ ਜੀ ਨੂੰ ਕਥਾ ਵਿਚਾਰ ਨਿਹਾਲ ਕਰਨਗੇ। ਆਪ ਜੀ ਇਸੇ ਤਰ੍ਹਾਂ ਗੁਰੂ ਦੀਆਂ ਹਾਜ਼ਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਧਰ ਜੀੜੇ ਇੱਕ ਟੇਕ ਤੂੰ ਲਾਹ ਬਿਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਤੇਰਾ ਕੀਤਾ ਜਾਤੂ ਨਾਹੀ ਮੈਂ ਨਾ ਜੋਗ ਕਿਤੋ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣਾ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣਾ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਸਭ ਸਤਿਗੁਰੂ ਰਹਿਮਤਾਂ ਦੇ ਘਰ ਦਇਆ ਦੇ ਸਾਗਰ ਸ਼ੀਤਲਤਾ ਦੇ ਸੋਮੇ ਗਿਆਨ ਪ੍ਰਕਾਸ਼ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਨਿੱਕੀ ਗੋਦ ਦਾ ਆਨੰਦ ਮਾਣ ਰਹੇ। ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਬਹੁਤ ਹੀ ਵਡਭਾਗੀ ਹੋ, ਧੰਤਾਵਾਨ ਹੋ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰ ਦੀਆਂ ਮਿਹਰਾਂ ਦੇ ਪਾਤਰ ਹੋ, ਜੋ ਸਾਹਿਬਾਂ ਦੇ ਹੁਕਮ ਦੇ ਅਨੁਸਾਰ ਸਤ ਸੰਗਤ ਦਾ ਇਹ ਸੁਭਾਗ ਪ੍ਰਾਪਤ ਕਰ ਰਹੇ ਹੋ। ਗੁਰੂ ਮਹਾਰਾਜ ਕਿਰਪਾ ਕਰਨ, ਆਪ ਸਰਬੱਤ ਸੰਗਤ ਦੀਆਂ ਸ਼ੁਭ ਮਨੋਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਦਰ ਤੇ ਪ੍ਰਵਾਨ ਕਰਨ। ਸੱਚੇ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਹੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਭਾਗਾਂ ਤੋਂ ਬਗੈਰ ਸਤ ਦੀ ਸੰਗਤ ਕਿਤੋਂ ਪ੍ਰਾਪਤ ਨਹੀਂ ਹੋ ਸਕਦੀ। ਸਤ ਦੀ ਸੰਗਤ, ਗੁਰੂ ਦੀ ਸੰਗਤ ਪ੍ਰਾਪਤ ਕਰਨ ਵਾਸਤੇ ਦਲਿੱਦਰ ਮਾਇਆ ਤੇ ਮਾਇਆਵੀ ਪਦਾਰਥਾਂ ਦੀ ਖਿੱਚ ਦਾ ਤਿਆਗ ਕਰਨਾ ਪੈਂਦਾ ਹੈ। ਸਭ ਤੋਂ ਪਹਿਲਾਂ ਆਪ ਸਰਬੱਤ ਸੰਗਤ ਵਡਭਾਗੇ ਜਨ ਹੋ, ਜੋ ਗੁਰੂ ਦਰ ਤੇ ਆ ਕੇ ਕੁਝ ਸਮਾਂ ਆਪਣੇ ਰੁਝੇਵਿਆਂ ਦੇ ਵਿੱਚੋਂ ਕੱਢ ਕੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਆਓ, ਆਪ ਜੀ ਨੇ ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਗੁਰਮੁਖ ਪਿਆਰਿਆਂ ਪਾਸੋਂ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਮਾਂ ਹੋਇਆ ਹੈ ਲੜੀਵਾਰ ਚੱਲ ਰਹੀ ਗੁਰ ਸ਼ਬਦ ਦੇ ਵਿਚਾਰ ਦੇ ਨਾਲ ਜੁੜਨ ਦਾ। ਵਿਚਾਰਾਂ ਦੀ ਪ੍ਰਾਰੰਭਤਾ ਕਰੀਏ। ਪ੍ਰਾਰੰਭਤਾ ਕਰਨ ਤੋਂ ਪਹਿਲਾਂ ਇੱਕ ਵਾਰ ਦੋਵੇਂ ਹੱਥ ਜੋੜ ਕੇ ਗੁਰਬਖਸ਼ੀ ਫਤਿਹ ਪ੍ਰਵਾਨੀਏ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਸ਼ਬਦ ਗੌੜੀ ਰਾਗ ਦੇ ਸਰਲੇਖ ਹੇਠ ਸ਼ਹੀਦਾਂ ਦੇ ਸਰਤਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ
श्री गुरु ग्रंथ साहिब जी के पावन अंग 190 उपर सुशोभित है, सुभाईमान है। जदों गुरमत दी विचार दे विच असीं अध्ययन करके चलांगे ते सतगुरु जी महाराज जी ने सानू शब्दां दे माध्यम राहीं उदाहरणां, सिरलेख ਅਤੇ बहुत सारे पदां दे राहीं जीवन नूं किद्दां घड़ना है, जीवन नूं किद्दां बनाउणा है, ये उपदेश दिता। संपूर्ण शब्द दे अंदर बहुत सारियां उदाहरणां हुंदियां हन। एक उपदेश गुरु साहिब जी महाराज बख्शिश करदे ने, उन्हां उदाहरणां नूं जोड़ के एक केंद्र बिंदु जिन्हों सेंट्रल आइडिया कहंदे ने, मध दी लैन जिहदे विच सतगुरु जी महाराज सानू वो उपदेश बख्शदे ने। इहदा प्रकरण जिहड़ा है हौली हौली बदलदा रहिंदा है, भाव कि कुछ शब्द अजिहे ने जिन्हां दे विच अंतलियां पंक्तियां विच सिरलेख हुंदा है, कुछ शब्द अजिहे हुंदे ने जिन्हां विच मुढ़लियां पंक्तियां दा सिरलेख हुंदा है, ते कुछ शब्दां विच रहाव वाली बनती वो पंक्ति दा सिरलेख हुंदा है। कविता दी जेहो जी चाल होवेगी, जेहो जिहा संदर्भ होवेगा, ओहो जिहा सतगुरु जी महाराज उपदेश उस जगह ते स्थान ते देणगे। अज जिहड़ा शब्द है वो राग दे विच है, कोई छंद नहीं है, कोई वार नहीं है। इस करके सच्चे पातशाह जी ने उपदेश बख्शिश किया। रहाओ वाली पंक्ति दे अंदर महाराज फरमान करदे ने, मृतक दे साध संग बिहुना, आवत जात जोनी दुख खीना। जिस प्रकार कोई मृतक व्यक्ति, हुण मृतक नूं मृतक क्यों कहांगे? क्योंकि उहदे अंदर सवास नहीं, उहदे अंदर जान नहीं, वो किसी दे काम नहीं आ सकदा, वो बिल्कुल खत्म है सवास दे पक्ष तो, जीवन दे पक्ष तो। समाज उन्हें मृतक कहता है, पर गुरबाणी ने मृतक की फॉर्म नूं, मृतक दे इस उपदेश नूं जीवन दे परथाए वरत्या। सतगुरु जी महाराज कहते हैं, जिस दे अंदर, जिस प्राणी दे अंदर सत दा संग नहीं, जिस प्राणी दे अंदर सत नहीं, सच जानियो उस साध संग तो विहोणा व्यक्ति, प्राणी भी गुरु वास्ते, समाज वास्ते मृतक है। अखां देखदियां ने पर चंगा नहीं देखदियां, मृतक हो गईयां ने। जिस प्रकार मरिया होया व्यक्ति वो समाज नूं नहीं देख सकदा, इसे प्रकार मायाधारी व्यक्ति नूं भी समाज दे दुखड़े, समाज दीयां गल्लां, समाज दे रौले नहीं सुणदे। साडे आले दुआले बहुत कुछ है जिथे इहो जे मृतक व्यक्ति तुरे फिरदे ने, साडे विच रहिंदे ने, खांदे ने, हंडाउंदे ने, लेकिन उन्हां दे अंदर सवास नहीं। सवास तो भाव उन्हां दे अंदर मनुखता वाले सवास नहीं। अंदर कौन बैठा है? हुण सच्चे पातशाह जी उदाहरण भी देणगे, समझाउणगे भी कि मृतक हुंदा किवें, मरदा किवें, ते उस मरे होए नूं गुरु जवालदा किवें है। गुरु दे अंदर किहड़ी ताकत है, गुरु दे अंदर किहड़ी समर्था है कि वह मृतकां नूं भी जवाल दिंदा है। गुरु दा पक्ष जाणगे, गुरमत दा पक्ष जाणगे कि एक तो वो मरण है जिन्हों गुरुदेव पातशाह कहते हैं, जो उपजो सो बिनस है, हुक्म है अंदर सबको बाहर हुक्म ना, कोई कल्ले आवे नानका सदे उठी जा। एक तो वो मृतक है, एक तो वो मौत है जिहड़ी ना तुसीं बदल सकते हो, ना असीं बदल सकते हैं, ना ही गुरु दा हुक्म इस मौत नूं बदलण दी गल करदा है। सच्चे पातशाह महाराज कहते, जे मैं हुक्म की गल करता हाँ तो इस मौत नूं धन गुरु अर्जन साहब जी महाराज जी ने तत्ती तवी ते बैठ के प्रवान किया। जदों ये मौत आई है, सामने दिखी है, कोई डर नहीं सी गुरु तेग बहादुर साहब जी पातशाह जी महाराज जी दे अंदर। इदा निडर हो के, अडोल हो के बैठे ने। पता है जलालुद्दीन की तलवार चलेगी तो सिर धड़ नालों वख हो जाएगा, ये मौत अज भी आनी है। ते जे जलालुद्दीन तलवार ना चलावे तो कल नूं भी ये मौत जरूर आवेगी।
इस मौत की गल नहीं, इस मौत का जिक्र नहीं। जदों इस मौत की गल चलेगी उदों गुरदेव पातशाह कहणगे राम गयो रावण गयो, वो भी चले गए। शेख हयाती जग ना कोई थिर रहा, जिस आसन हम बैठे किते बैस गया। किन्ने आके इत्थे चले गए, इस जगह इस आसन इस स्थान ते पता नहीं किन्ने महापुरख आए होणगे अज तो पहला। जे मैं कहां कि ये स्थिर है, सच्चे पातशाह कहंदे मत जानी ये स्थिर है, ये बालू की भीत है, ये जीवन बुलबुले वांग है, इन्हें बिनस जाना है। ये है फर्स्ट मौत, पहली मौत, जिन्हों गुरबाणी ने कई प्रकार दे नाल व्याख्यान किया है। दूसरी मौत शरीर का मरना नहीं, दूसरी मौत विच विचारां दा मरना, जमीर दा मरना, आत्मा दा मर जाना। भाव कि शरीर मनुख दा ही होवे पर अंदर कुछ भी ना हो। जदों बाजारां विचों गुड्डे लैण जाने, गुड्डियां लैण जाने, वो शरीर तां बनाया हुंदा है पर अंदर जान नहीं हुंदी, अंदर उन्हां दे सवास नहीं हुंदे। बिल्कुल इदां ही साडा शरीर हो जावे, मनुख दा शरीर है पर अंदर मनुखता दी भाल नहीं, अंदर मनुख नहीं। मेरे दातार पिता जी महाराज कहंदे आवत जात जोनी दुख खीना, आउंदियां जांदियां आवत जात जोनी, जोनी दे विच जूना दे विच। जेकर असीं ब्राह्मणी मत के अनुसार इस गल की विचार करिए तो सतगुरु सच्चे पातशाह जी महाराज जी की मत नूं एक समय वास्ते, एक पल वास्ते एक पासे रख के इस जूनी की विचार करिए ते उन्हां दी आइडियोलॉजी, उन्हां दी विचारधारा के मुताबिक जिहड़े व्यक्ति ने कर्म कमाए हुंदे ने, उन्हां कर्मां अनुसार बंदा कई जूनां विच पैंदा है। खोते दी जून, कुत्ते दी जून, ते 84 लाख जूना उन्होंने गिणियां ने उन्हां दे मुताबिक। जदों बंदा माड़े कर्म करदा, धर्मराज की कचहरी लगेगी, धर्मराज की कचहरी तो बाद सजा होगी, जूना दे विच पएगा, ते फिर कई जूना तो घूम के बंदा फिर मनुखता दे विच आएगा। ते जो इस जीवन विच कष्ट आउणगे वो पिछलियां जूना दे कर्म भी नाल लैके आएगा। फिर इहदा हल की है? ਇਹਦਾ हाल एको ही है कि ब्राह्मण नूं पैसे दो, वो आरती पूजा करेगा ते साडियां जूना नाश हो जाणगियां, असीं सब कुछ दान ओदी जेब विच पा देवांगे, इहदे नाल ओह जूना नाश कर दे। क्योंकि ओदी विचारधारा दे मुताबिक वो रब दा बनाया होया एजेंट है, वो रब दा भेजिया होया दूत है जिहड़ा साडे कष्टां नूं खत्म करदा। आओ हुण गुरमत दा पक्ष ले लईए। सच्चे पातशाह कहंदे विचार के देख 84 लाख ही है, 84 लाख ही जूना हैं इस संसार पे। कि कोई उस बेअंत परमात्मा दे रचे हुए इस पसारे दा अंत पा सकदा? 84 लाख का मतलब तू अंत पा लिया, तू गिण लईयां। ते मेरे सतगुरु जी महाराज जी ने ना 84 लाख की गल की, ना 42 लाख की। गुरु साहब जी ने एक शब्द वरतिया, तू बेअंत को बिरला जाना है। तू तां बेअंत है, बड़े बिरले ने जिहड़े इस गल नूं जाणदे कि तू बेअंत है। बड़े मूर्ख ने इस संसार विच जेड़े तेनू गिण गिण के तेरा अंत पाउण दे विच लगे हुए ने, ते बिलला रहे ने। केते बिललाही बिललाई जा रहे, तड़फी जा रहे, तेरा अंत नहीं अज तक पा सके। उन्हां दे जीवन दा अंत हो गया, वो चले गए, युग बीत गए। अज भी कई लगे ने उस श्रृंखला दे विच, ते उन्हां नूं गुरु साहब जी ने मूर्खां दी गिणती विच गिणिया। असंख मूर्ख अंध घोर, असंख चोर हराम खोर। इस मूर्ख की कैटेगरी में सतगुरु जी ने गिणिया कि इहो जे मूर्ख भी संसार दे उत्ते असंख ने, इन्हां दी भी गिणती नहीं है प्यारिया। जिन्हां दी गिणती तू करन चलिया वो भी असंख है। असंख नाम, नाम ही असंख ने। असंख थाम अगम, अगम असंख लो। असंख कहें गुरु नानक पातशाह जी कहते, जे मैं अपनी जुबान तो ये असंख शब्द भी तेरे वास्ते जां तेरी कुदरत वास्ते वरतदा हाँ, सिर भार होए मैनू इउं जापदा है कि असंख कह के भी मैं तेरी कुदरत की तौहीन कर दी।
ਨਾਨਕ ਨੀਚ ਕਹੈ ਵਿਚਾਰ। ਤੇਰੇ ਇਸ ਪਸਾਰੇ ਦੇ ਸਾਹਮਣੇ ਮੈਂ ਨਾਨਕ ਨੀਚ ਹਾਂ, ਕੀ ਵਿਚਾਰ ਕਰਾਂ। ਵਾਰਿਆ ਨਾ ਜਾਵਾਂ ਇੱਕ ਵਾਰ ਵੀ ਮੈਂ ਤੇਰੇ ਤੋਂ ਬਲਿਹਾਰ ਨਹੀਂ ਜਾ ਸਕਦਾ। ਇਹ ਹੈ ਜੀ ਗੁਰਮਤਿ ਦਾ ਪੱਖ। ਗੁਰਮਤਿ ਇਹ ਗੱਲ ਦ੍ਰਿੜ ਕਰਵਾਉਂਦੀ ਹੈ 84 ਲੱਖ ਜੂਨਾਂ ਸਰੀਰ ਕਰਕੇ ਨਹੀਂ, ਵਿਚਾਰ ਕਰਕੇ ਹੁੰਦੀਆਂ। 84 ਲੱਖ ਜੂਨਾਂ ਦਾ ਸੰਕਲਪ ਗੁਰਬਾਣੀ ਨੇ ਲਿਆ ਜ਼ਰੂਰ ਹੈ, 84 ਲੱਖ ਦੀ ਗੱਲ ਜ਼ਰੂਰ ਕੀਤੀ ਹੈ, ਪਰ ਗੁਰੂ ਸਾਹਿਬ ਜੀ ਨੇ ਇਸ ਗੱਲ ਨੂੰ ਮੋਹਰ ਲਾ ਕੇ ਪੱਕਾ ਨਹੀਂ ਕੀਤਾ ਕਿ 84 ਲੱਖ ਹੀ ਹੁੰਦੀਆਂ ਨੇ। ਸਤਿਗੁਰੂ ਜੀ ਮਹਾਰਾਜ ਕਹਿੰਦੇ ਹਨ, ਜਦੋਂ ਤੇਰੇ ਅੰਦਰ ਲਾਲਚ ਆ ਜਾਵੇ, ਹੈ ਤੂੰ ਬੰਦਾ ਲੇਕਿਨ ਕੁੱਤੇ ਦੀ ਜੂਨ ਭੋਗਦਾ ਪਿਆ ਹੈ। ਹੁਣ ਇੱਕ ਵਾਰੀ ਧਿਆਨ ਦੇ ਕੇ ਗੁਰਬਾਣੀ ਨੂੰ ਪੜ੍ਹੀਏ, ਧਿਆਨ ਨਾਲ। ਸਾਡੇ ਇੱਥੇ ਨਾ ਜ਼ਿਆਦਾਤਰ ਰੇਸਾਂ ਲੱਗਦੀਆਂ ਨੇ ਕਿ ਤੂੰ ਪਹਿਲਾਂ ਪੜ੍ਹ ਲਈਏ ਤੇ ਮੈਂ ਪੜ੍ਹ ਲਾਂਗਾ, ਤੂੰ ਪੜ੍ਹ ਲਈਏ ਤੇ ਮੈਂ ਪੜ੍ਹ ਲਾਂਗਾ। ਸੂਈ ਦੇ ਕੰਡੇ ਵੱਲ ਅਸੀਂ ਵੇਖਦੇ ਹਾਂ ਕਿ ਬਸ 5 ਮਿੰਟ ਰਹਿ ਗਏ ਆ, ਬਸ ਸਪੀਡ ਨਾਲ ਸਮਾਪਤੀ ਕਰ ਦਈਏ। ਅੰਦਰ ਕੀ ਚਲੇ ਗਿਆ ਤੇ ਕੀ ਨਹੀਂ ਗਿਆ ਉਹਦੇ ਨਾਲ ਕਿਸੇ ਨੂੰ ਕੋਈ ਮੰਤਵ ਮੂਲ ਨਹੀਂ ਹੁੰਦਾ। ਇਹ ਤਾਂ ਸਹਿਜ ਕਾ ਬਿਲੋਵਨਾ ਹੈ। ਜਦੋਂ ਗੁਰਬਾਣੀ ਰੂਪੀ ਅੰਮ੍ਰਿਤ ਨੂੰ ਬਿਲੋਵਾਂਗੇ, ਇਹਦੇ ਵਿੱਚੋਂ ਤੱਤ ਨਿਕਲੇਗਾ। ਭਾਈ ਤੱਤ ਲੈ, ਤੱਤ ਪ੍ਰਾਪਤ ਕਰ। ਪੰਡਤ ਨਹੀਂ ਬਿਲੋਈਏ ਭਾਈ। ਜਿਹੜੀਆਂ ਬੀਬੀਆਂ ਮੱਖਣ ਕੱਢਦੀਆਂ ਨਾ, ਉਹ ਗੱਲ ਜਾਣਦੀਆਂ ਕਿ ਇੱਕਦਮ ਮਧਾਣੀ ਮਾਰ ਕੇ ਸਾਰਾ ਮੱਖਣ ਨਹੀਂ ਨਿਕਲ ਜਾਂਦਾ, ਹੌਲੀ ਹੌਲੀ ਰਿੜਕਣਾ ਪੈਂਦਾ ਏ, ਫਿਰ ਮੱਖਣ ਪ੍ਰਾਪਤ ਹੁੰਦਾ। ਮਥਨਾ ਪੈਂਦਾ ਹੈ ਗੁਰਬਾਣੀ ਦੇ ਇਸ ਮਹਾਨ ਸਾਗਰ ਨੂੰ, ਫਿਰ ਅੰਦਰੋਂ ਹੀਰੇ ਰਤਨ ਜਵਾਹਰ ਮਾਣਕ ਪੈਦਾ ਹੁੰਦੇ ਨੇ। ਫਿਰ ਮੱਤ ਵਿੱਚ ਕੁਝ ਆਉਂਦਾ ਹੈ ਤੇ ਜਿਹਨੂੰ ਪਾਤਸ਼ਾਹ ਜੀ ਕਹਿੰਦੇ ਮੱਤ ਵਿੱਚ ਰਤਨ ਜਵਾਹਰ ਮਾਣਕ। ਜੇ ਇੱਕ ਸਿੱਖਿਆ ਗੁਰੂ ਦੀ ਸੁਣ ਲਈ, ਗੁਰੂ ਦੀ ਇੱਕ ਸਿੱਖਿਆ ਤੂੰ ਸੁਣ ਲੈ ਤੇ ਤੂੰ ਸੱਜਣ ਠੱਗ ਤੋਂ ਭਾਈ ਸੱਜਣ ਬਣ ਜਾਏਗਾ। ਪਤਾ ਨਹੀਂ ਕਿੰਨੇ ਹੀ ਸਾਲ ਹੋ ਗਏ ਸਾਨੂੰ ਇਹ ਸਿੱਖਿਆ ਸੁਣਦੇ ਹੋਏ, ਪਰ ਸਾਡੇ ਅੰਦਰ ਦਾ ਉਹ ਠੱਗਾਂ ਵਾਲਾ ਸੁਭਾਅ ਸ਼ਾਇਦ ਬਦਲਿਆ ਹੋਵੇ। ਇਹ ਅਸੀਂ ਜਾਣਦੇ ਹਾਂ ਜਾਂ ਗੁਰੂ ਜਾਣਦੇ। ਅਸੀਂ ਬਦਲੇ ਹਾਂ ਕਿ ਨਹੀਂ, ਇਹ ਗੁਰੂ ਸਾਹਿਬ ਜਾਣਦੇ ਆ ਜਾਂ ਅਸੀਂ ਜਾਣਦੇ ਹਾਂ। ਲੇਕਿਨ ਗੁਰਬਾਣੀ ਨੂੰ ਅਸੀਂ ਕਿੱਦਾਂ ਪੜ੍ਹਦੇ ਹਾਂ ਤੇ ਗੁਰਬਾਣੀ ਵਿੱਚੋਂ ਕੀ ਪ੍ਰਾਪਤ ਕੀਤਾ, ਇਹ ਸਾਰਾ ਸੰਸਾਰ ਜਾਣਦਾ। ਸੱਚੇ ਪਾਤਸ਼ਾਹ ਕਹਿੰਦੇ ਇੱਕ ਵਾਰੀ ਧਿਆਨ ਦੇ ਕੇ ਦੇਖ। ਪਸ਼ੂ, ਮੈਂ ਉਸੇ ਗੱਲ ਤੇ ਆਵਾਂ 84 ਲੱਖ ਤੇ। ਪਸ਼ੂ ਮਾਨਸ ਚੰਮ ਪਲੇਟੇ। ਚੰਮ ਬੰਦੇ ਦਾ ਹੈ, ਸ਼ਰੀਰ ਬੰਦੇ ਦਾ ਹੈ, ਪਰ ਅੰਦਰ ਕੌਣ ਬੈਠਾ? ਪਸ਼ੂ। ਮਾਨਸ ਚੰਮ ਪਲੇਟੇ, ਅੰਦਰੋਂ ਕਾਲਿਆਂ। ਗੱਲ ਕੀ ਹੈ ਜੀ? ਗੱਲ ਹੈ ਗੱਲੀ ਅਸੀਂ ਚੰਗੀਆਂ, ਗੱਲਾਂ ਦੇ ਨਾਲ ਤਾਂ ਅਸੀਂ ਚੰਗੇ ਆ, ਆਚਾਰੀ ਬੁਰੀਆਂ, ਸਾਡਾ ਆਚਰਣ ਮਾੜਾ ਹੋ ਗਿਆ, ਸਾਡੇ ਵਿਚਾਰ ਕਿਰਦਾਰ। ਮਤਲਬ ਕਿ ਜਦੋਂ ਬੰਦੇ ਦੇ ਅੰਦਰ ਮਨੁੱਖਤਾ ਵਾਲੇ, ਹਿਊਮੈਨਿਟੀ ਵਾਲੇ ਵਿਚਾਰ ਖਤਮ ਹੋ ਜਾਣ, ਉਸ ਮੌਤ ਦੀ ਗੱਲ ਸਤਿਗੁਰੂ ਗੁਰਦੇਵ ਨੇ ਇੱਥੇ ਕੀਤੀ ਹੈ ਕਿ ਤੂੰ ਮਰ ਗਿਆ ਹੈ ਕਿਉਂਕਿ ਤੇਰੇ ਅੰਦਰ ਆਹ ਵਿਚਾਰ ਖਤਮ ਹੋ ਗਏ। ਆਓ ਹੁਣ ਅੱਗੇ ਵਿਚਾਰੀਏ ਕਿ ਜਦੋਂ ਇਹ ਵਿਚਾਰ ਖਤਮ ਹੋ ਜਾਣ ਫਿਰ ਉਦੋਂ ਬੰਦੇ ਦੀ ਦਸ਼ਾ, ਦਿਸ਼ਾ ਤੇ ਜੀਵਨ ਕਿਹੋ ਜਿਹਾ ਹੁੰਦਾ। ਗੁਰਦੇਵ ਪਾਤਸ਼ਾਹ ਕਹਿੰਦੇ ਅਨਕ ਰਸਾ ਖਾਏ ਜੈਸੇ ਢੋਰ। ਅਨਕ ਰਸਾ ਜਿਵੇਂ ਕੜਛੀ ਕਈ ਬਾਲਟੀਆਂ ਵਿੱਚ ਫੇਰੀ ਜਾਓ ਪਰ ਉਹਨੂੰ ਸਵਾਦ ਨਹੀਂ ਆਏਗਾ, ਉਹਨੂੰ ਸਵਾਦ ਨਹੀਂ ਆਏਗਾ। ਤੇਰਾ ਜੀਵਨ ਇਹੋ ਜਿਹਾ ਖਾਲੀ ਹੋ ਗਿਆ, ਸੁੰਨਾ ਹੋ ਗਿਆ। ਕੀਰਤਨ ਵੀ ਸੁਣ ਲੈਣਾ, ਕਥਾ ਵੀ ਸੁਣ ਲੈਣਾ, ਬਾਣੀ ਵੀ ਪੜ੍ਹ ਲੈਣਾ, ਪਰ ਸਵਾਦ ਨਹੀਂ ਆਇਆ। ਜੀਵਨ ਅੰਦਰ ਰਸ ਪੈਦਾ ਨਹੀਂ ਹੋਇਆ ਕਿਉਂਕਿ ਤੂੰ ਅੰਦਰੋਂ ਮਰਿਆ ਹੋਇਆ। ਤੇਰੇ ਅੰਦਰ ਉਹ ਜੋਤ ਨਹੀਂ ਹੈ ਜਿਹਦੇ ਨਾਲ ਤੈਨੂੰ ਰਸ ਆਵੇ। ਹਾਂ, ਜੇ ਤੇਰੀ ਜ਼ੁਬਾਨ, ਬਹੁਤੀ ਵਾਰ ਕੀ ਹੁੰਦਾ ਹੈ, ਅਸੀਂ ਇਹੋ ਜਿਹੇ ਲਾਗੇ ਸਥਾਨ ਤੇ ਰਹੀਏ ਨਾ, ਕਿਤੇ ਨਾਲਾ ਵਗਦਾ ਹੋਵੇ ਜਾਂ ਕਿਤੇ ਕੋਈ ਕੂੜ ਕਬਾੜ ਹੋਵੇ, ਕੋਈ 2-4 ਦਿਨ ਸਾਨੂੰ ਸਮੈਲ ਆਉਂਦੀ ਹੈ। 5ਵੇਂ-6ਵੇਂ ਦਿਨ ਲੋਕ ਕਹਿੰਦੇ ਨੇ ਹੁਣੇ ਦਾ ਨੱਕ ਮਰ ਗਿਆ, ਹੁਣੇ ਨੂੰ ਸਮੈਲ ਨਹੀਂ ਆਉਂਦੀ। ਉਹ ਨੱਕ ਮਰਨ ਦਾ ਮਤਲਬ ਨੱਕ ਹੈ ਪਰ ਉਹ ਸਮੈਲ ਆਉਣੀ ਬੰਦ ਹੋ ਗਈ ਹੈ। ਉਹ ਅਜੇ ਵੀ ਸਮੈਲ ਉਦਾਂ ਹੀ ਆਉਂਦੀ ਹੈ, ਬਸ ਅਸੀਂ ਉਸ ਸਮੈਲ ਦੇ ਆਦੀ ਹੋ ਜਾਂਦੇ ਹਾਂ। ਇਦਾਂ ਹੀ ਜੀਵਨ ਹੈ।
2-4 ਦਿਨ ਜੀਵਨ ਵਿੱਚ ਹਿਲ ਡੁਲ ਹੁੰਦੀ ਹੈ, ਮਨ ਲਾਣਤਾ ਪਾਉਂਦਾ, ਬੰਦਿਆ ਗਲਤ ਕੰਮ ਹੈ ਨਾ ਕਰ। 4-5 ਦਿਨ ਗੱਲ ਆਉਂਦੀ ਹੈ, ਪਰ ਫਿਰ ਬੰਦਾ ਇਹਦਾ ਆਦੀ ਹੋ ਜਾਂਦਾ, ਛੱਡ ਮਨ ਨੇ ਤਾਂ ਬੋਲੀ ਜਾਣਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੂੰ ਨਹੀਂ ਜਾਣਦਾ, ਲੋਕ ਨਹੀਂ ਜਾਣਦੇ, ਮਨ ਨਹੀਂ ਜਾਣਦਾ। ਮਨ ਜਾਣਤ ਸਭ ਬਾਤ, ਸਾਰੀਆਂ ਗੱਲਾਂ ਜਾਣਦਾ ਹੈ ਮਨ, ਪਰ ਇਹ ਮਰ ਗਿਆ। ਜਾਣਤ ਹੀ ਔਗਣ ਕਰੈ, ਜਾਣਦਿਆਂ ਹੋਇਆਂ ਇਹ ਔਗਣ ਕਰਦਾ ਹੈ। ਕਾਹੇ ਕੀ ਕੁਸਲਾਤ ਹਾਥ ਦੀਪ, ਹੱਥ ਤੇ ਦੀਪਕ ਹੈ ਕਿ ਕਿਤੇ ਡਿੱਗ ਨਾ ਜਾਵਾਂ ਰਸਤੇ ਵਿੱਚ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਕੁਐਂ ਪਰ ਹੈ ਫਿਰ ਵੀ ਖੂਹ 'ਚ ਡਿੱਗ ਗਿਆ। ਗੁਰਬਾਣੀ ਰੂਪੀ ਦੀਪਕ ਤੇਰੇ ਹੱਥ ਤੇ ਹੈ, ਇਹ ਕਹਿਣਾ ਹੈ ਕਿ ਕਿਤੇ ਵਿਕਾਰਾਂ ਵਿੱਚ ਡਿੱਗ ਨਾ ਜਾਵਾਂ, ਪਰ ਗੁਰਬਾਣੀ ਰੂਪੀ ਹੱਥ ਦੇ ਉੱਤੇ ਰੱਖ ਕੇ ਦੀਪਕ ਫਿਰ ਵੀ ਵਿਕਾਰਾਂ ਦੇ ਖੂਹ ਵਿੱਚ ਡਿੱਗ ਗਿਆ। ਗੱਲ ਕੀ, ਤੂੰ ਦੀਪਕ ਦੇ ਪ੍ਰਕਾਸ਼ ਵੱਲ ਦੇਖਿਆ ਹੀ ਨਹੀਂ ਕਦੀ, ਤੂੰ ਦੀਪਕ ਨੂੰ ਜਾਣਿਆ ਹੀ ਨਹੀਂ ਕਦੀ, ਸਿਰਫ ਤੇਲ ਪਾਉਣ ਵਿੱਚ ਲੱਗਾ ਰਿਹਾ। ਕਿਤੇ ਦੀਪਕ ਨਾ ਬੁੱਝ ਜਾਵੇ, ਇਹਦੇ ਪ੍ਰਕਾਸ਼ ਦਾ ਲਾਹਾ ਲਿਆ ਹੀ ਨਹੀਂ ਕਦੀ। ਇਸ ਕਰਕੇ ਹੁਣ ਤੂੰ ਅੰਦਰੋਂ ਮਰ ਚੁੱਕਿਆ, ਤੇਰੇ ਅੰਦਰ ਜੀਵਨ ਦੀ ਸਮਝ ਨਹੀਂ ਰਹੀ, ਤੇਰੇ ਅੰਦਰ ਕਰੁਣਾ ਨਹੀਂ ਰਹੀ, ਦਇਆ ਨਹੀਂ ਰਹੀ। ਥੋੜਾ ਦਿਨ ਹੋਰ ਸੌਖਾ ਕਰਕੇ, ਅਸੀਂ ਉਲਝਣ ਵਿੱਚ ਨਾ ਫਸੀ, ਹੋਰ ਸੌਖਾ ਕਰਕੇ ਸਮਝਦੇ। ਗੁਰੂ ਘਰ ਆਉਂਦੇ ਹਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਮਿਟਾਉਣ ਵਾਸਤੇ। ਗੁਰੂ ਦੇ ਦਵਾਰ ਤੇ ਆ ਕੇ ਭਾਂਡੇ ਮਾਂਜਣ ਦੀ ਸੇਵਾ ਕਰਦੇ ਆ, ਝਾੜੂ ਮਾਰਨ ਦੀ ਕਿਉਂ ਕਰਦੇ ਆ? ਕਾਰਨ ਹੈ ਸਾਡੇ ਅੰਦਰ ਦਾ ਅਹੰਕਾਰ ਦੂਰ ਹੋ ਜਾਵੇ। ਸਾਧੂ ਵੀ ਤਾਂ ਏਦਾਂ ਹੀ ਕਰਦੇ ਸੀ, ਇਸਤਰੀ ਦਾ ਤਿਆਗ ਕਰ ਦਿੱਤਾ, ਬੀਵੀ ਬੱਚੇ ਛੱਡ ਦਿੱਤੇ, ਘਰ-ਬਾਰ ਛੱਡ ਦਿੱਤਾ, ਜੰਗਲਾਂ ਵਿੱਚ ਚਲੇ ਗਏ ਤਾਂ ਕਿ ਸਾਡੇ ਮਨਾਂ ਅੰਦਰ ਵਿਕਾਰ ਨਾ ਆਉਣ। ਅਸੀਂ ਇੱਥੇ ਆਉਂਦੇ ਆ, ਝਾੜੂ ਪੋਚਾ ਸਭ ਕੁਝ ਕਰਦੇ ਆ ਤਾਂ ਕਿ ਸਾਡੇ ਅੰਦਰ ਵਿਕਾਰ ਨਾ ਆਉਣ। ਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਗੱਲ ਜਾ ਕੇ ਪੁੱਛੀ, ਐ ਸਾਧੂਓ, ਇਹ ਗਿਆਨੀਓ, ਕੀ ਵਿਕਾਰ ਛੱਡ ਦਿੱਤੇ ਨੇ? ਕਹਿੰਦੇ ਨਹੀਂ, ਉਹ ਨਹੀਂ ਛੱਡੇ ਗਏ। ਘਰ ਛੱਡਤਾ, ਦੌਲਤ ਛੱਡਤੀ, ਸ਼ੌਹਰਤ ਛੱਡਤੀ, ਸਭ ਕੁਝ ਛੱਡਤਾ, ਰਾਜ ਭਾਗ ਛੱਡਤਾ, ਨੰਗੇ ਹੋ ਕੇ ਅੱਜ ਅਸੀਂ ਜੰਗਲਾਂ ਵਿੱਚ ਰੱਬ ਦੀ ਭਾਲ ਵਿੱਚ ਲੱਗੇ ਆ, ਵਿਕਾਰ ਨਹੀਂ ਛੱਡੇ ਗਏ। ਤੇ ਬੜੀ ਦ੍ਰਿੜਤਾ ਨਾਲ ਗੁਰਦੇਵ ਨੇ ਇਹ ਗੱਲ ਲਿਖੀ ਹੈ, ਕੋਈ ਮੇਰੀ ਆਪਣੀ ਪੱਲਿਓਂ ਬੋਲੀ ਹੋਈ ਗੱਲ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਖੋਲ ਕੇ ਗੁਰਬਾਣੀ ਦਾ ਅਧਿਐਨ ਕਰੀਏ। ਗੁਰੂ ਸਾਹਿਬ ਕਹਿੰਦੇ ਗ੍ਰਹਿ ਤਜ, ਘਰ ਛੱਡਤੇ ਨਾ, ਬਨ ਖੰਡ ਜਾਈਏ, ਬਨਾ ਖੰਡਾਂ ਵਿੱਚ ਚਲੇ ਗਿਆ, ਚੁਣ ਖਾਈਏ ਕੰਦਾ, ਕੀ ਲਾਭ ਹੋਇਆ? ਅਜੂ ਵਿਕਾਰ ਨਾ ਛੋੜਈ, ਪਾਪੀ ਮਨ ਮੰਦਾ। ਅਜੇ ਤੇਰਾ ਮਨ ਤਾਂ ਮੰਦਾ ਹੀ ਹੈ ਪਿਆਰਿਆ, ਵਿਕਾਰ ਤਾਂ ਤੂੰ ਅਜੇ ਵੀ ਨਹੀਂ ਛੱਡੇ। ਅਸੀਂ ਆਪਣੇ ਵੱਲ ਲੈ ਕੇ ਵੇਖੀਏ, ਸਾਧੂਆਂ ਦੀ ਗੱਲ ਚੱਲੀ, ਅਸੀਂ ਵੀ ਸਾਧੂ ਬਣ ਜਾਂਦੇ। ਘਰ-ਬਾਰ ਕੁਝ ਸਮੇਂ ਲਈ ਛੱਡ ਕੇ ਗੁਰੂ ਦਰ ਤੇ ਆਏ ਸੇਵਾ ਕਰਨ ਵਾਸਤੇ, ਪਰ ਜੇ ਇੱਥੇ ਆ ਕੇ ਵੀ ਝਾੜੂ ਮਾਰਨ ਵਾਲੀ ਸੇਵਾ ਦਾ ਹੀ ਗਰਭ ਕਰ ਲਿਆ ਕਿ ਮੇਰੇ ਤੋਂ ਬਗੈਰ ਮਾਰ ਨਹੀਂ ਸਕਦਾ, ਭਾਂਡੇ ਮੇਰੇ ਤੋਂ ਬਗੈਰ ਕੋਈ ਮਾਂਜ ਨਹੀਂ ਸਕਦਾ, ਮੈਂ ਹੀ ਇੱਥੋਂ ਦਾ ਅਗਾਂਹ ਵਧੂ ਹਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਜੂ ਵਿਕਾਰ ਨਾ ਛੋੜਈ, ਤੇਰੇ ਤੇ ਉਹਦੇ ਵਿੱਚ ਕੀ ਫਰਕ ਹੋਇਆ? ਪਾਪੀ ਮਨ ਮੰਦਾ, ਤੂੰ ਗਰਭ ਛੱਡਣ ਵਾਸਤੇ ਝਾੜੂ ਮਾਰ ਰਿਹਾ, ਪੋਚਾ ਮਾਰ ਰਿਹਾ, ਤੇ ਪੋਚਾ ਮਾਰਨ ਦਾ ਹੀ ਗਰਭ ਕਰ ਬੈਠਾ, ਫਿਰ ਤੇਰਾ ਵੀ ਕੋਈ ਹੱਲ ਨਹੀਂ, ਮਰ ਗਿਆ ਤੂੰ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੇਖ, ਇਸ ਗੱਲ ਨੂੰ ਸਮਝ, ਗਰਭ ਛੱਡਣਾ ਹੈ ਤੇ ਸ਼ੁਰੂਆਤ ਆਪਣੇ ਘਰ ਤੋਂ ਵੀ ਕਰ ਸਕਦਾ। ਝਾੜੂ ਤਾਂ ਘਰੇ ਵੀ ਵੱਜਦਾ ਹੈ, ਝਾੜੂ ਗੁਰਦੁਆਰੇ ਵੀ ਵੱਜਦਾ ਹੈ। ਹਾਂ, ਤੂੰ ਦੂਸਰਿਆਂ ਨੂੰ ਪਾਣੀ ਪਿਆਉਣ ਦੀ ਜਗ੍ਹਾ ਜੇ ਸ਼ੁਰੂਆਤ ਆਪਣੇ ਮਾਂ-ਬਾਪ ਤੋਂ ਕਰੇਗਾ ਨਾ, ਤੇ ਤੇਰਾ ਗਰਭ ਉੱਥੇ ਹੀ ਨਾਸ਼ ਹੋ ਜਾਏਗਾ। ਏਦਾਂ ਨਾ ਹੋਵੇ ਗੁਰਸਿੱਖਾ, ਤੇਰੇ ਮਾਂ-ਬਾਪ, ਤੇਰੇ ਪਤੀ ਪਤਨੀ, ਬੱਚੇ ਘਰੇ ਰੁਲਦੇ ਪਏ ਹੋਣ ਤੇ ਤੂੰ ਸਮਾਜ ਦੀ ਸੇਵਾ ਵਿੱਚ ਲੱਗਾ ਹੋਵੇਂ। ਸ਼ੁਰੂਆਤ ਆਪਣੇ ਆਪ ਤੋਂ ਕਰ। ਜੇ ਤੂੰ ਅਵਰੇ ਕੋ ਉਪਦੇਸ਼ਦਾ ਹੈ, ਫਿਰ ਤੇਰਾ ਜੀਵਨ ਵੀ ਮੁੱਖਮੈ ਪਰ ਹੈ ਰੇਤ ਵਾਲੀ ਗੱਲ ਹੈ। ਰਸ ਬਰਾਨੀ ਰੱਖਤੇ, ਖਾਇਆ ਘਰ ਕਾ ਖੇਤ। ਅਵਰਾਂ ਨੂੰ ਨਾ ਉਪਦੇਸ਼, ਸ਼ੁਰੂਆਤ ਆਪਣੇ ਆਪ ਤੋਂ ਕਰ। ਜਦੋਂ ਖੁਦ ਤੋਂ ਸ਼ੁਰੂਆਤ ਹੋਏਗੀ ਜੀਵਨ ਵਿੱਚ ਰਸ ਉਦੋਂ ਆਉਣ ਲੱਗੇਗਾ। ਕਿਉਂਕਿ ਮੈਂ ਦੁਨੀਆ ਨੂੰ ਦੱਸਦਾ ਫਿਰਾਂ ਕਿ ਗੁਲਾਬ ਦੀ ਮਹਿਕ ਲੈ ਲਓ, ਚਮੇਲੀ ਦੀ ਮਹਿਕ ਲੈ ਲਓ, ਪਰ ਮੈਂ ਆਪ ਨਾ ਕਦੀ ਲਈ ਹੋਵੇ, ਮੈਂ ਕਿੱਦਾਂ ਦੱਸਾਂ ਚਮੇਲੀ ਕੀ ਹੈ ਤੇ ਗੁਲਾਬ ਕੀ ਹੈ? ਪਹਿਲਾਂ ਮੈਨੂੰ ਉਹ ਮਹਿਕ ਲੈਣੀ ਪਏਗੀ, ਉਸ ਰਸ ਨੂੰ ਪਹਿਲਾਂ ਮੈਂ ਪ੍ਰਾਪਤ ਕਰਾਂਗਾ, ਸਮਝਾਂਗਾ, ਜਾਣਾਂਗਾ, ਫਿਰ ਲੋਕਾਂ ਨੂੰ ਦੱਸਣ ਜੋਗਾ ਹੋਵਾਂਗਾ ਕਿ ਇਹ ਰਸ ਦੇ ਅੰਦਰ ਮੈਂ ਕੀ ਪਾਇਆ ਤੇ ਮੈਂ ਕੀ ਗਵਾਇਆ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਖੇਤੀ ਕਰਦੇ ਸਨ,
ਕਿਰਸਾਨ ਸਨ। ਇੱਥੇ ਨਹੀਂ, 13 ਤੋਲਣ ਵਾਸਤੇ ਸਤਿਗੁਰੂ ਜੀ ਮੋਦੀ ਖਾਨੇ ਦੇ ਵਿੱਚ ਫੂਡ ਡਿਪਾਰਟਮੈਂਟ ਆਫੀਸਰ ਦੇ ਰੂਪ ਦੇ ਵਿੱਚ ਗਏ ਸਨ। ਮੋਦੀ ਖਾਨੇ ਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਸਾਹਿਬ ਤੱਕੜੀ ਨਾਲ ਤੋਲ ਰਹੇ ਨੇ। ਤੱਕੜੀ ਨੂੰ ਤੋਲਣ ਦੇ ਪ੍ਰਕਾਰ ਵੀ ਵੱਖਰੇ ਵੱਖਰੇ ਨੇ। ਤੱਕੜੀ ਵੀ ਵੱਡੀ ਹੋ ਸਕਦੀ, ਕੰਡਾ ਵੀ ਹੋ ਸਕਦਾ ਲਿਖਣ ਵਾਲੇ ਲਿਖਾਰੀ ਨੇ ਤੱਕੜੀ ਲਿਖ ਦਿੱਤੀ ਹੈ। ਇਹ ਵੀ ਹੋ ਸਕਦਾ ਕਿ ਉਹ ਤੱਕੜੀ ਦਾ ਆਕਾਰ ਸ਼ੇਪ ਵੱਡਾ ਹੋਵੇ। 13 ਤੋਲਣ ਦੀ ਗੱਲ ਹੈ। ਸੋਚੀਏ ਕਿ ਪੂਰੇ ਸ਼ਹਿਰ ਦੀ ਮੰਡੀ ਦਾ ਜਿੱਥੇ ਅਨਾਜ ਇਕੱਠਾ ਹੁੰਦਾ ਹੈ, ਉੱਥੇ ਛੋਟੀ ਤੱਕੜੀ ਨਾਲ ਕਿੱਦਾਂ ਤੋਲਿਆ ਜਾਏਗਾ? ਕਿੰਨੇ ਲੋਕ ਨੇ ਜਿਨ੍ਹਾਂ ਨੂੰ ਰਾਸ਼ਨ ਪ੍ਰੋਵਾਈਡ ਕਰਾਉਣਾ। ਹੋ ਸਕਦਾ ਹੈ ਕਿ ਉਹ ਵੱਡਾ ਰੂਪ ਹੋਵੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਪਟਵਾਰੀ ਦੇ ਪੁੱਤਰ ਬਹੁਤ ਪੜ੍ਹੇ ਲਿਖੇ ਸਨ, ਉਸ ਟਾਈਮ ਤੇ ਵਿਦਵਾਨ ਸਨ। ਇਸ ਕਰਕੇ ਸਿਫਾਰਿਸ਼ ਦੇ ਨਾਲ ਭਾਈਆ ਜੈ ਰਾਮ ਜੀ ਨੇ ਉਸ ਡਿਪਾਰਟਮੈਂਟ ਦਾ ਹੈੱਡ ਬਣਾਇਆ, ਉਸ ਡਿਪਾਰਟਮੈਂਟ ਦਾ ਮੁਖੀ ਬਣਾਇਆ। ਇਹਨਾਂ ਤੋਂ ਆਉਣ ਵਾਲੇ ਪਹਿਲੇ ਜਿਹੜੇ ਮੁਖੀ ਸਨ ਉਹ ਕਰਪਟ ਸਨ, ਘੱਟ ਤੋਲਦੇ ਸਨ, ਲਿਖਦੇ ਜ਼ਿਆਦਾ ਸਨ। ਪਰ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਆਏ, ਚਾਰੇ ਪਾਸੇ ਹਾਹਾਕਾਰ ਮਚ ਗਈ ਕਿ ਇੱਕ ਬਰਾਬਰ ਤੋਲਣ ਵਾਲਾ ਵੀ ਆ ਗਿਆ, ਜਿਹੜਾ ਬਰਾਬਰ ਹੀ ਰੱਖੀ ਹੁੰਦਾ ਸਾਰਿਆਂ ਨੂੰ। ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਉਹਦੇ ਵਾਸਤੇ ਸਾਰੇ ਹੀ ਬਰਾਬਰ ਨੇ। ਜੇ ਉਹਦੀ ਤੱਕੜੀ ਵਿੱਚ 13 ਦਾ ਵੱਟਾ ਤੇ ਅਨਾਜ ਵੀ ਉਹਨੇ 13 ਹੀ ਤੋਲਿਆ, ਤੇ ਉਹ 13 ਸਮਝ ਕੇ ਤੋਲਦਾ ਹੈ। ਪਰਮਾਤਮਾ ਇਹ ਸਾਰਾ ਬਣਾਇਆ ਹੋਇਆ ਸਿਸਟਮ ਤੇਰਾ ਹੈ। ਮੈਂ ਆਪਣੀ ਤੱਕੜੀ ਦੇ ਨਾਲ ਕਿਸੇ ਨਾਲ ਵੈਰ ਨਹੀਂ ਖੱਟ ਸਕਦਾ। ਮੈਂ ਸੰਸਾਰ ਦੇ ਜੀਵਾਂ ਵਿੱਚ ਪਰਮਾਤਮਾ ਵੇਖਣ ਵਾਲਾ ਜੀਵ ਹਾਂ। ਇਸ ਕਰਕੇ ਮੈਂ 13 ਸਮਝ ਕੇ ਇਹਨਾਂ ਨੂੰ ਬਰਾਬਰ 13 ਤੋਲ ਕੇ ਦਿੰਦਿਆਂ ਹਾਂ। ਭਾਵ ਮੈਂ ਬੇਈਮਾਨੀ ਨਹੀਂ ਕਰ ਸਕਦਾ, ਮੈਂ ਕਰਪਸ਼ਨ ਨਹੀਂ ਕਰ ਸਕਦਾ। ਤੇ ਗੁਰਦੇਵ ਪਾਤਸ਼ਾਹ ਜੀ ਨੇ ਦੱਸਿਆ ਨਾ ਕਿ ਜੇ ਮੈਂ ਕਿਰਸਾਨ ਸਾਂ ਤੇ ਮੇਰੇ ਜੀਵਨ ਦੇ ਅੰਦਰ ਕੀ ਸੀ। ਜਦੋਂ ਮੈਂ ਮੋਦੀ ਬਣਿਆ ਉਦੋਂ ਮੇਰਾ ਜੀਵਨ ਕਿਹੋ ਜਿਹਾ, ਜਦੋਂ ਮੈਂ ਸੱਚਾ ਸੌਦਾ ਕਰਨ ਵਪਾਰੀ ਬਣਿਆ ਉਦੋਂ ਮੇਰਾ ਜੀਵਨ ਕਿਹੋ ਜਿਹਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ, ਜੇ ਜੀਵਨ ਨੂੰ ਚੰਗਾ ਬਣਾਉਣਾ ਹੈ ਤੇ ਜ਼ਰੂਰੀ ਨਹੀਂ ਹੈ ਕਿ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਭਟਕ ਕੇ ਹੀ ਚੰਗਾ ਬਣਾਇਆ ਜਾ ਸਕਦਾ। ਕਿਰਤਕਾਰ ਕਰਦਿਆਂ ਹੋਇਆਂ ਮੈਂ ਆਪਣੇ ਜੀਵਨ ਨੂੰ ਚੰਗਾ ਬਣਾਵਾਂ। ਸਿੱਖ ਦੁਕਾਨ ਤੇ ਬੈਠਾ ਹੋਵੇ ਤੇ ਸਿੱਖ ਦੇ ਮਸਤਕ ਵਿੱਚ ਗੁਰੂ ਨਾਨਕ ਦੇ 13 ਵਾਲੀ ਗੱਲ ਹੋਵੇ, ਇਮਾਨਦਾਰੀ ਨਾਲ ਦੁਕਾਨ ਤੇ ਬੈਠਾ ਸੌਦਾ ਕਰੇ ਕਿ ਦੁਨੀਆ ਨਹੀਂ ਜਾਣੇਗੀ ਇਹ ਗੁਰੂ ਨਾਨਕ ਦਾ ਸਿੱਖ ਹੈ। ਸਿੱਖੀ ਦਾ ਪ੍ਰਚਾਰ ਕੇਵਲ ਅਸੀਂ ਨਹੀਂ ਕਰ ਰਹੇ, ਸਿੱਖੀ ਦਾ ਪ੍ਰਚਾਰ ਤੁਸੀਂ ਖੁਦ ਵੀ ਕਰ ਰਹੇ ਹੋ। ਸਿਰ ਤੇ ਪੱਗ ਬੰਨੀ ਹੋਵੇ, ਕੋਈ ਕਿਨਾਰੇ 'ਚ ਖਲੋਤਾ ਸਿਗਰਟ ਪੀ ਰਿਹਾ ਹੋਵੇ, 10 ਬੰਦੇ ਉਹਨੂੰ ਦੇਖਣਗੇ ਕਿ ਉਹ ਤੈਨੂੰ ਸਮਝ ਨਹੀਂ ਆਉਂਦੀ, ਤੂੰ ਸਿਰ ਦੇ ਉੱਤੇ ਪੱਗ ਰੱਖ ਕੇ ਆ ਕੀ ਕੰਮ ਕਰਦਾ ਹੈ। ਉਹ ਵੀ ਤਾਂ ਪ੍ਰਚਾਰ ਹੈ ਨਾ ਕਿ ਸਾਡਾ ਕੀਤਾ ਹੋਇਆ ਇੱਕ ਕਰਮ ਨੋਟਿਸ ਹੋ ਰਿਹਾ ਹੈ। ਸਾਰੇ ਲੋਕ ਨੋਟ ਕਰਦੇ ਪਏ ਨੇ ਕਿ ਸਿੱਖ ਜਿਹੜੇ ਗੁਰੂ ਨਾਨਕ ਨੂੰ ਮੰਨਦੇ ਨੇ, ਪੂਜਦੇ ਨੇ, ਰੋਜ਼ ਗੁਰੂ ਨਾਨਕ ਦੀਆਂ ਬਾਤਾਂ ਕਹਿੰਦੇ ਨੇ, ਇਹਨਾਂ ਦਾ ਕਿਰਦਾਰ ਕੀ ਹੈ, ਇਹਨਾਂ ਦੀ ਰਫਤਾਰ ਕੀ ਤੇ ਇਹਨਾਂ ਦੀ ਗੁਫ਼ਤਾਰ ਕੀ, ਜ਼ੁਬਾਨ ਤੋਂ ਚੰਗਾ ਬੋਲਦੇ ਜਾਂ ਨਹੀਂ। ਤੇ ਜਦੋਂ ਸਿੱਖ ਏਦਾਂ ਰਾਹ ਦੇ ਵਿੱਚ ਖੜੇ ਹੋ ਕੇ ਇੱਕ ਦੂਸਰੇ ਨੂੰ ਤੂੰ ਮੈਂ ਕਰਦੇ ਹੁੰਦੇ ਨਾ, ਉਦੋਂ ਗੁਰੂ ਨਾਨਕ ਵੇਖਦਾ ਹੈ ਕਿ ਆਹ ਮੇਰੇ ਸਿੱਖਾਂ ਦੀ ਸਿੱਖੀ। ਇਹ ਵੀ ਤਾਂ ਕਿਰਦਾਰ ਉਹਦੇ ਵਿੱਚ ਹੀ ਆਉਣਾ ਹੈ ਨਾ। ਸੱਚੇ ਪਾਤਸ਼ਾਹ ਕਹਿੰਦੇ, ਵੇਖੀ ਲੰਗਰ ਖਾ ਕੇ ਢਿੱਡ ਨਾ ਵਧਾਵੀਂ, ਪ੍ਰਸ਼ਾਦਾ ਪਾਣੀ ਛਕ ਕੇ ਅੰਨ ਨਾ ਵਧਾਈ ਜਾਈ। ਅਨਕ ਰਸਾ ਖਾਏ ਜੈਸੇ ਢੋਰ, ਜਿੱਦਾਂ ਪਸ਼ੂ ਪੇਟ ਭਰਨ ਵਾਸਤੇ ਹੀ ਖਾਂਦਾ ਹੈ, ਗੁਰੂ ਘਰ ਤੇ ਆਵੀਂ ਲੇਕਿਨ ਢਿੱਡ ਨਾ ਭਰੀ। ਅਗਲੀ ਗੱਲ ਵੀ ਸੱਚੇ ਪਾਤਸ਼ਾਹ ਕਹਿੰਦੇ, ਮੋਹ ਕੀ ਜੇਵਰੀ ਬਾਂਧਿਓ ਚੋਰ। ਜਿੱਦਾਂ ਇੱਕ ਚੋਰ ਪਦਾਰਥਾਂ ਦੀ ਖਿੱਚ ਨਾਲ, ਚਮਕ ਨਾਲ, ਦਮਕ ਨਾਲ ਜੁੜਿਆ ਰਹਿੰਦਾ ਹੈ, ਇੱਥੇ ਚਮਕ ਦਮਕ ਨਾਲ ਨਾ ਜੁੜੇ। ਤੇ ਮੈਂ ਬਹੁਤੀ ਵਾਰ ਇਹ ਗੱਲ ਆਪਣੇ ਜੀਵਨ ਅੰਦਰ ਵੀ ਨੋਟਿਸ ਕੀਤੀ ਕਿ ਬਾਹਰ ਤਪਦੀ ਗਰਮੀ ਹੁੰਦੀ ਹੈ, ਇੱਥੇ ਅੰਦਰ ਠੰਡ ਵਰਤ ਰਹੀ ਹੁੰਦੀ ਹੈ। ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ, ਗੁਰੂ ਦੀ ਵਿਆਖਿਆ ਦੇ ਨਾਲ ਮਤਲਬ ਨਹੀਂ, ਅੰਦਰ ਦੀ ਠੰਡ ਨੂੰ ਪ੍ਰਾਪਤ ਕਰਨ ਵਾਸਤੇ ਆਏ, ਅੰਦਰ ਦੇ ਨਿੱਘ ਨੂੰ ਪ੍ਰਾਪਤ ਕਰਨਾ। ਅੰਦਰ ਕੀ ਹੋ ਰਿਹਾ ਸਿਰਫ ਇਹ ਜਾਣਨਾ ਹੈ। ਅੰਮ੍ਰਿਤ ਵੰਡਿਆ ਜਾ ਰਿਹਾ, ਮੈਂ ਉਹਦਾ ਅਭਿਲਾਖੀ ਬਣਨਾ ਹੈ ਜਾਂ ਨਹੀਂ ਬਣਨਾ, ਇਹਦੇ ਨਾਲ ਕੋਈ ਮੰਤਵ ਨਹੀਂ। ਤੇ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਕਹਿ ਰਹੇ ਨੇ ਜਿਹੜੇ ਸਿਰਫ ਇੱਥੇ ਟਾਈਮ ਪਾਸ ਤੇ ਚੁਗਲੀਆਂ ਕਰਕੇ ਚਲੇ ਜਾਂਦੇ। ਕਹਿੰਦੇ, ਵੇਖ ਮੋਹ ਕੀ ਜੇਵਰੀ ਬਾਂਧਿਓ ਚੋਰ, ਜਿੱਦਾਂ ਚੋਰ ਮੋਹ ਦੇ ਨਾਲ ਬੱਧਿਆ ਉਦਾਂ ਤੂੰ ਵੀ ਮੋਹ ਦੇ ਨਾਲ ਬੱਧਿਆ ਆ ਗਿਆ। ਮਿਰਤਕ ਦੇ ਸਾਧ ਸੰਗ ਬਿਹੂਨਾ, ਆਵਤ ਜਾਤ ਜੋਨੀ ਦੁੱਖ ਖੀਨਾ। ਮਰਿਆ ਹੋਇਆ ਹੈ ਤੇਰੇ ਅੰਦਰ, ਸਵਾਸ ਨਹੀਂ ਹੈ। ਅੱਗੇ ਕਹਿੰਦੇ, ਅਨਕ ਬਸਤਰ ਸੁੰਦਰ ਪਹਿਰਾਇਆ।
ਸੋਹਣੇ ਬਸਤਰ ਪਾਏ ਹੋਏ ਨੇ, ਚੰਗੇ ਕੱਪੜੇ ਪਾਏ ਹੋਏ ਨੇ, ਵਧੀਆ ਗੱਲ ਹੈ, ਪਰ ਕੱਪੜੇ ਹੀ ਚੰਗੇ ਨਾ ਹੋਣ, ਅੰਦਰ ਵੀ ਚੰਗਾ ਹੋਵੇ। ਤੇ ਜੇ ਅੰਦਰ ਮਰਿਆ ਹੋਇਆ ਹੈ, ਜਿਉਂ ਡਰਨਾ ਖੇਤ ਮਾਹੇ ਡਰਾਇਆ। ਜਿਹੜੇ ਖੇਤਾਂ ਦੇ ਵਿੱਚ ਆਪ ਸਬਜ਼ੀ ਕੰਮ ਕਿਤੇ ਕੀਤਾ ਹੋਵੇ, ਗਏ ਹੋਵੋ ਕਿਤੇ ਲੰਘਦੇ, ਤੇ ਇੱਕ ਹਾਂਡੀ ਹੁੰਦੀ ਹੈ, ਡੰਡਾ ਖੜਾ ਕਰਕੇ ਉਹਨੂੰ ਕੱਪੜੇ ਪਵਾ ਦਿੱਤੇ ਜਾਂਦੇ ਨੇ, ਉਹਦੇ ਉੱਪਰ ਕੱਪੜੇ ਬੰਨ ਦਿੱਤੇ ਜਾਂਦੇ ਨੇ, ਤਾਂ ਕਿ ਦੂਰੋਂ ਵੇਖਣ ਵਾਲੇ ਨੂੰ ਏਦਾਂ ਲੱਗੇ ਜਿਵੇਂ ਬੰਦਾ ਖਲੋਤਾ ਹੈ। ਉਹਨੂੰ ਪੰਜਾਬੀ 'ਚ ਕਹਿੰਦੇ ਡਰਨਾ। ਭਾਵ ਕਿ ਜਦੋਂ ਖੇਤ ਵਿੱਚ ਇਹਨੂੰ ਖੜਾ ਕਰਕੇ ਇਹਦੇ ਉੱਪਰ ਏਦਾਂ ਬੰਦਿਆਂ ਵਾਲਾ ਵੇਸ਼ ਭੂਸਾ, ਇਹੋ ਜਿਹਾ ਆਕਾਰ ਇਹਦਾ ਬਣਾ ਦਿੱਤਾ ਜਾਵੇਗਾ। ਜਿਹੜੇ ਪਸ਼ੂ ਪੰਛੀ ਨੇ ਨਾ, ਜਦੋਂ ਹਵਾ ਚੱਲੇਗੀ ਕੱਪੜੇ ਹਿੱਲਣਗੇ, ਤੇ ਜਿਹੜੀਆਂ ਚਿੜੀਆਂ ਨੇ ਉਹ ਡਰ ਦੇ ਮਾਰੇ ਖੇਤ ਵਿੱਚ ਨਹੀਂ ਆਉਣਗੀਆਂ, ਕਿਉਂਕਿ ਉਹਨਾਂ ਨੂੰ ਲੱਗੇਗਾ ਕਿ ਕੋਈ ਬੰਦਾ ਹੈ, ਅਨਾਜ ਦਾ ਨੁਕਸਾਨ ਨਹੀਂ ਹੋਏਗਾ। ਸੱਚੇ ਪਾਤਸ਼ਾਹ ਕਹਿੰਦੇ ਉਹ ਤਾਂ ਡਰਨਾ ਖੇਤ ਵਿੱਚ ਹੈ, ਪਰ ਇੱਕ ਡਰਨਾ ਉਹ ਬੰਦਾ ਵੀ ਬਣ ਜਾਂਦਾ ਹੈ, ਜਿਹਦੇ ਕੱਪੜੇ ਬੜੇ ਸੁੱਟੜ ਬੁੱਟੜ ਆਦਮੀ ਹੈ, ਲੇਕਿਨ ਅੰਦਰ ਕੁਝ ਵੀ ਨਹੀਂ ਹੈ। ਗਰੀਬ ਨਤਾਣੇ ਵਿਚਾਰੇ ਉਹ ਤੋਂ ਡਰ ਕੇ ਰਹਿੰਦੇ ਕਿ ਪਤਾ ਨਹੀਂ ਇਹਨੇ ਕੀ ਕਹਿ ਦੇਣਾ, ਪਤਾ ਨਹੀਂ ਇਹਨੇ ਕੀ ਕਰ ਦੇਣਾ ਹੈ। ਸੱਚੇ ਪਾਤਸ਼ਾਹ ਕਹਿੰਦੇ ਬਸ ਉਹ ਡਰਨਾ ਤੇ ਤੇਰਾ ਜੀਵਨ ਮਾਨੋ ਇੱਕ ਹੈ, ਜਿਉਂ ਡਰਨਾ ਖੇਤ ਮਾਹੇ ਡਰਾਇਆ। ਜਿਵੇਂ ਡਰਨਾ ਡਰਾਉਂਦਾ ਹੈ, ਉਵੇਂ ਤੂੰ ਆਪਣੇ ਅਹੰਕਾਰ, ਆਪਣੇ ਗਰਬ, ਆਪਣੇ ਪੈਸੇ ਦੀ ਤਾਕਤ ਨਾਲ ਲੋਕਾਂ ਨੂੰ ਕੇਵਲ ਡਰਾ ਸਕਦਾ ਹੈ, ਕਿਸੇ ਦੀ ਜ਼ਿੰਦਗੀ ਨਹੀਂ ਬਣਾ ਸਕਦਾ, ਕਿਸੇ ਨੂੰ ਬਦਲ ਨਹੀਂ ਸਕਦਾ। ਸਗਲ ਸ਼ਰੀਰ ਆਵਤ ਸਭ ਕਾਮ, ਸਾਰਾ ਸ਼ਰੀਰ ਕੰਮ ਆਉਣ ਵਾਲਾ ਹੈ। ਅੱਜ ਵੀ ਹਿਊਮਨ ਆਰਗਨਸ ਕੰਮ ਆ ਜਾਂਦੇ ਨੇ, ਕਿਡਨੀ ਆ ਜਾਂਦੀ ਹੈ, ਲੀਵਰ ਕੰਮ ਆ, ਬਹੁਤ ਕੁਝ, ਲੇਕਿਨ ਫਿਰ ਵੀ ਗੁਰੂ ਸਾਹਿਬ ਕਹਿੰਦੇ ਸਰੀਰ ਮਾੜਾ ਨਹੀਂ ਹੈ, ਰੱਬ ਦਾ ਬਣਾਇਆ ਸਰੀਰ ਹੈ, ਇਹ ਚੰਗਾ। ਸਗਲ ਸ਼ਰੀਰ ਆਵਤ ਸਭ ਕਾਮ, ਕੰਮ ਆਉਣ ਵਾਲਾ ਹੈ। ਪਰ ਅਗਲੀ ਗੱਲ ਕਹਿੰਦੇ ਨੇਫਲ ਮਾਨੁਖ, ਲੇਕਿਨ ਉਹ ਬੰਦੇ ਦੇ ਅੰਦਰ ਦੀ ਬੰਦਗੀ, ਬੰਦੇ ਦਾ ਕੀਤਾ ਗਿਆ ਕਾਰ ਵਿਹਾਰ ਸਭ ਨੇਫਲ ਹੈ, ਕਿਉਂਕਿ ਜਪੈ ਨਹੀਂ ਨਾਮ ਵਾਲੀ ਉਹਦੇ ਅੰਦਰ ਉਹ ਅਵਸਥਾ ਹੈ। ਲੋਕ ਉਹਦੇ ਕੋਲ ਗਏ ਨੇ। ਮੈਂ ਅਕਸਰ ਸਿਮਲ ਰੁੱਖ ਦੀ ਉਦਾਹਰਣ ਦਿਆ ਕਰਦਾ ਕਿ ਗੁਰਬਾਣੀ ਆਸਾ ਜੀ ਦੀ ਵਾਰ ਦੀ ਹੁਣੇ ਪਾਵਨ ਪੌੜੀਆਂ ਦਾ ਕੀਰਤਨ ਸਰਵਣ ਕਰਕੇ ਹਟੇ ਆ, ਉੱਥੇ ਗੁਰਦੇਵ ਪਾਤਸ਼ਾਹ ਜੀ ਮਹਾਰਾਜ ਸਿਮਲ ਰੁੱਖ ਦੀ ਉਦਾਹਰਣ ਦਿੰਦੇ ਨੇ। ਕਹਿੰਦੇ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੀ ਆਏ ਆਸਕਾਰ ਜਾਹੇ ਨਰਾਸੈ, ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇਂ ਪਤ। ਹੈ ਸਿਮਲ ਰੁੱਖ, ਸੋਹਣਾ ਹੈ, ਚੰਗਾ ਹੈ, ਲੰਮਾ ਉੱਚਾ ਜਵਾਨ ਹੈ, ਲੋਕ ਆ ਕੇ ਖਲੋਂਦੇ ਵੀ ਨੇ, ਪਰ ਕੰਮ ਨਾ ਆਵੇਂ ਪਤ, ਕੰਮ ਨਹੀਂ ਹੁੰਦਾ ਕਿਸੇ ਦਾ। ਤੂੰ ਸੋਹਣਾ ਹੋਵੇਂ, ਜਵਾਨ ਹੋਵੇਂ, ਵਧੀਆ ਕੁੱਲ ਦਾ ਹੋਵੇਂ, ਗਿਆਨੀ ਹੋਵੇਂ, ਵਿਦਵਾਨ ਹੋਵੇਂ, ਪਰ ਕਿਸੇ ਦੇ ਕੰਮ ਨਾ ਆਵੇਂ, ਤੇਰਾ ਜੀਵਨ ਕਿਸੇ ਵੀ ਕੰਮ ਦਾ ਨਹੀਂ ਹੈ। ਇਹਨੂੰ ਇਉਂ ਵੀ ਸਮਝੀਏ, ਜਿਹਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ ਅਤ ਸੁੰਦਰ, ਬੇਸ਼ੱਕ ਤੂੰ ਸੋਹਣਾ ਹੋਵੇਂ, ਕੁਲੀਨ ਕੁੱਲ ਵਾਲਾ ਹੋਵੇਂ, ਚਤੁਰ ਹਾਜ਼ਰ ਜਵਾਬੀ ਹੋਵੇਂ, ਮੁੱਖ ਗਿਆਨੀ ਧਨਵੰਤ, ਮੁੱਖੋਂ ਗਿਆਨੀ ਹੋਵੇਂ, ਤੇ ਬੇਸ਼ੱਕ ਤੇਰੇ ਕੋਲ ਧਨ ਵੀ ਬਹੁਤ ਹੋਵੇ। ਪਰ ਗੁਰਬਾਣੀ ਕਹਿੰਦੀ ਹੈ ਮਿਰਤਕ ਕਹੀਏ ਨਾਨਕਾ, ਜਿਨ ਪ੍ਰੀਤ ਨਹੀਂ ਭਗਵੰਤ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮਿਰਤਕ ਮਰਿਆਂ ਦੇ ਸਮਾਨ ਹੈ, ਜਿਸ ਦੇ ਅੰਦਰ ਪ੍ਰੀਤ ਨਹੀਂ। ਕਿਉਂਕਿ ਇਹੋ ਜਿਹੇ ਬੰਦੇ, ਚਲੋ ਕਿਸੇ ਦੀ ਐਕਸੀਡੈਂਟ ਹੋ ਜਾਵੇ, ਕੋਈ ਮਰ ਰਿਹਾ, ਕੋਈ ਤੜਫ ਰਿਹਾ ਹੋਵੇ, ਆਪਣੀ ਕਾਰ ਦਾ ਦਰਵਾਜ਼ਾ ਬੰਦ ਕਰਕੇ ਪਹਿਲਾਂ ਨਿਕਲਦੇ, ਛੱਡ ਅਸੀਂ ਕੀ ਲੈਣਾ, ਮਿਰਤਕ ਨੇ, ਉਹ ਤਾਂ ਮਰ ਹੀ ਜਾਏਗਾ। ਲੇਕਿਨ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਮਰਨ ਤੋਂ ਪਹਿਲਾਂ ਤੇਰਾ ਅੰਦਰ ਮਰ ਗਿਆ, ਇਨਸਾਨੀਅਤ ਹੀ ਨਹੀਂ ਹੈਗੀ, ਖਤਮ ਹੋ ਗਈ। ਤੇਰੀ ਕਲਮ ਦੇ ਨਾਲ ਕਈਆਂ ਦੇ ਘਰ ਤਬਾਹ ਹੋ ਗਏ ਨੇ, ਤੂੰ ਮਿਰਤਕ ਹੈ, ਤੂੰ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਉਹ ਤਾਂ ਫਿਰ ਘਰ ਬਣਾ ਲੈਣਗੇ, ਪਰ ਤੇਰਾ ਅੰਦਰ ਜੋ ਨਾਸ਼ ਹੋ ਗਿਆ ਉਹ ਦੁਬਾਰਾ ਨਹੀਂ ਹੋਣਾ। ਤੇਰੀ ਜ਼ੁਬਾਨ ਵਿੱਚੋਂ ਨਿਕਲੇ ਹੋਏ ਬੋਲ ਕਿਸੇ ਦੀ ਧੀ ਦਾ ਘਰ, ਕਿਸੇ ਦੇ ਪੁੱਤ ਦਾ ਘਰ ਬਰਬਾਦ ਕਰ ਦੇਣ। ਸੱਚੇ ਪਾਤਸ਼ਾਹ ਕਹਿੰਦੇ ਮਿਰਤਕ ਨਹੀਂ, ਤੂੰ ਮਰਿਆਂ ਦੇ ਸਮਾਨ ਨਹੀਂ, ਉਹ ਤਾਂ ਫਿਰ ਘਰ ਵਸ ਜਾਏਗਾ ਉਹਨਾਂ ਦਾ। ਪਰ ਜਿਹੜਾ ਤੇਰੇ ਅੰਦਰ ਵਿਚਾਰਾਂ ਦਾ ਨਾਸ਼ ਪਤਨ ਹੋ ਗਿਆ, ਇਹ ਵਿਚਾਰਾਂ ਹੁਣ ਦੁਬਾਰਾ ਨਹੀਂ ਆਉਣੀਆਂ। ਹਾਂ, ਇੱਕ ਰਾਹ ਹੈ, ਜੇ ਤੂੰ ਗੁਰੂ ਦਾ ਪੱਲਾ ਫੜ ਲੈ,
ਕਿਉਂਕਿ ਮੇਰਾ ਗੁਰੂ ਭੁੱਲਿਆ ਹੋਇਆਂ ਨੂੰ ਵੀ ਮਾਰਗ ਤੇ ਲਿਆ ਸਕਦਾ ਹੈ। ਭੁੱਲੇ ਮਾਰਗ ਜਿਨੈ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਬੜੇ ਵੱਡੇ ਭਾਗ ਜੇ ਤੇਰੇ ਹੋਣ, ਜੇ ਤੂੰ ਬਣਾਉਣ ਦੇ ਲਾਇਕ ਹੋਵੇਂ ਤੇ ਗੁਰੂ ਦਰ ਤੇ ਆ ਕੇ ਗੁਰੂ ਦੇ ਪੈਰ ਫੜ ਲਵੇਂ। ਸੱਚ ਜਾਣੀ ਤੈਨੂੰ ਗੁਰੂ ਭੁੱਲੇ ਹੋਏ ਨੂੰ ਮਾਰਗ ਤੇ ਲੈ ਆਏਗਾ। ਮੇਰਾ ਗੁਰੂ ਬੜਾ ਦਿਆਲ ਹੈ, ਬਹੁਤ ਦਿਆਲ ਹੈ ਸੱਚੇ ਪਾਤਸ਼ਾਹ ਮਹਾਰਾਜ। ਤੇ ਸੱਚੇ ਪਾਤਸ਼ਾਹ ਦੇ ਦਰ ਤੇ ਆਵੇਂ ਤੇ ਭੱਟ ਸਾਹਿਬਾਨ ਵਾਂਗ ਬੇਨਤੀ ਕਰੀ, ਤੇਰੇ ਅੰਦਰ ਨਿਮਰਤਾ ਹੋਵੇ। ਇਸ ਕਰਕੇ ਨਾ ਆਵੀਂ ਕਿ ਮੈਂ ਅਫਸਰ ਹਾਂ, ਮੈਂ ਫਲਾਣੀ ਪੋਸਟ ਤੇ ਬੈਠਾ, ਜਾਂ ਮੇਰੇ ਅੰਦਰ ਏਡਾ ਵੱਡਾ ਗਿਆਨ ਨਹੀਂ। ਹੱਥ ਜੁੜੇ ਹੋਣ, ਜ਼ੁਬਾਨ ਤੂੰ ਦਾ ਅਲਾਪ ਕਰੇ ਤੇ ਮਨ ਇੱਕ ਗੱਲ ਬੋਲੇ, ਸੱਚੇ ਪਾਤਸ਼ਾਹ ਬਖਸ਼ ਲੈ ਹਮ ਅਵਗੁਣ ਭਰੇ, ਇੱਕ ਗੁਣ ਨਾਹੀ। ਖਤਮ ਹੋ ਗਿਆ ਅੰਦਰੋਂ, ਰਸ ਨਹੀਂ ਰਿਹਾ ਮੇਰੇ ਜੀਵਨ ਦੇ ਅੰਦਰ। ਅੰਮ੍ਰਿਤ ਛਾੜ ਵਿਖੇ ਵਿਖ ਖਾਹੀ, ਅੱਜ ਤੱਕ ਮੈਂ ਵਿਖੇ ਹੀ ਖਾਂਦਾ ਰਿਹਾ, ਤੇਰੇ ਅੰਮ੍ਰਿਤ ਦੀ ਭਾਲ ਕੀਤੀ ਨਹੀਂ। ਮਾਇਆ ਮੋਹ ਭਰਮ ਭੈ ਭੁੱਲੇ, ਦੁਨੀਆ ਦੇ ਪਦਾਰਥਾਂ ਨਾਲ ਬੜੀ ਪ੍ਰੀਤ ਲਗਾਈ, ਮੈਂ ਬੜਾ ਪਿਆਰ ਕੀਤਾ, ਪਰ ਇਹਨਾਂ ਨੇ ਕੁਝ ਨਹੀਂ ਦਿੱਤਾ। ਖੁਆਰੀ ਤੋਂ ਬਗੈਰ ਅੱਜ ਤੱਕ ਮੈਨੂੰ ਕੁਝ ਵੀ ਹਾਸਲ ਨਹੀਂ ਹੋਇਆ। ਇਹ ਮੈਂ ਤੇਰੀ ਬਾਣੀ ਤੋਂ ਜਾਣਿਆ ਕਿ ਰਾਵਣ ਵੀ ਚਲੇ ਗਿਆ ਜਿਹਦੇ ਕੋਲ ਸੋਨੇ ਦੀ ਲੰਕਾ ਸੀ। ਮੈਂ ਤਾਂ ਉਹਨਾਂ ਅਮੀਰ ਵੀ ਨਹੀਂ ਆ। ਸੱਚੇ ਪਾਤਸ਼ਾਹ ਕਿਰਪਾ ਕਰ, ਮੈਨੂੰ ਵੀ ਬਖਸ਼ ਲੈ, ਮੇਰਾ ਜੀਵਨ ਵੀ ਸਵਾਰ। ਮਾਇਆ ਮੋਹ ਭਰਮ ਭੈ ਭੁੱਲੇ, ਸੁਤਦਾਰਾ ਸੋ ਪ੍ਰੀਤ ਲਗਾਈ। ਮੈਂ ਪਹਿਲਾਂ ਆਖਿਆ ਸਤ ਸੰਗਤ ਕਰ ਰਹੇ ਹੋ, ਬੜੇ ਵੱਡ ਭਾਗੀ ਹੋ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਗੁਰੂ ਦੀ ਸੰਗਤ ਵਿੱਚ। ਗੁਰੂ ਸਤ ਹੈ ਤੇ ਇਸ ਦੀ ਸੰਗਤ ਵਿੱਚ ਬੈਠਿਆਂ ਸਤ ਸੰਗੀ ਬਣ ਗਏ ਹਾਂ। ਸਤ ਸੰਗ ਕਰਿਆ ਇੱਕ ਉੱਤਮ ਪੰਥ ਦੀ ਭਾਲ ਮੇਰੇ ਜੀਵਨ ਵਿੱਚ ਆਈ। ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਆਵਾਗਮਨ ਖਤਮ ਹੋ ਗਿਆ, ਜਮਾਂ ਦੀ ਤਰਾਸ ਮਿਟ ਗਈ। ਜਦੋਂ ਵਿਚਾਰ ਕਰਦੇ ਪਏ ਸਾਂ 84 ਲੱਖ ਜੂਨਾਂ ਦਾ ਜ਼ਿਕਰ ਆਇਆ। ਬੰਦੇ ਦੇ ਅੰਦਰੋਂ ਬੰਦਗੀ ਮਰ ਗਈ ਹੈ। ਕਦੀ ਕੁੱਤੇ ਦੀ ਜੂਨ ਭੋਗਦਾ, ਕਦੀ ਮੱਛੀ ਦੀ ਜੂਨ ਭੋਗਦਾ, ਕਦੀ ਕਿਸੇ ਬੰਦਾ ਹੁੰਦਿਆਂ ਹੋਇਆ ਇਹਨਾਂ ਜੂਨਾਂ ਵਿੱਚ ਪਿਆ। ਤੇ ਜੇ ਤੂੰ ਗੁਰੂ ਦੇ ਦਰ ਤੇ ਆਏਗਾ, ਵੇਖੀ ਗੁਰੂ ਨੇ ਤੇਰਾ ਜਨਮ ਮਰਨ ਹੀ ਕੱਟ ਦੇਣਾ। ਸਿੱਖਾ, ਤੇਰੇ ਅੰਦਰ ਸਥਿਰਤਾ ਆ ਜਾਏਗੀ। ਤੱਤੀਆਂ ਤਵੀਆਂ ਤੇ ਬੈਠਾ ਨਹੀਂ ਤੂੰ ਡੋਲੇਗਾ। ਸਿਰ ਤੇ ਆਰਾ ਚੱਲਦਾ ਪਿਆ ਤੇ ਤੂੰ ਕਹੇਗਾ ਮੇਰਾ ਮੁੱਖ ਗੁਰੂ ਦੇ ਵੱਲ ਹੋਵੇ। ਏਦਾਂ ਦਾ ਤੇਰਾ ਜੀਵਨ ਹੋ ਜਾਏਗਾ। ਤੇਰੀ ਰਸਨਾ ਇਹ ਕਹੇਗੀ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ ਹਰੀ ਤੇਰੀ। ਰੱਖ ਲਏਗਾ ਇੱਜ਼ਤ ਪਤ, ਬਚਾ ਲਏਗਾ ਸੱਚ ਜਾਣੀ। ਏਦਾਂ ਫਿਰ ਬੰਦ ਜਲਾਦ ਕੱਟਦਾ ਪਿਆ ਹੈ ਤੇ ਜਲਾਦ ਦੇ ਬੰਦ ਕੱਟਣ ਤੇ ਵੀ ਤੇਰਾ ਅੰਦਰ ਨਹੀਂ ਡੋਲੇਗਾ। ਗੁਰੂ ਏਡਾ ਵੱਡਾ ਬਲ ਤੈਨੂੰ ਬਖਸ਼ ਦੇਵੇਗਾ। ਏਡਾ ਮਹਾਨ ਹੈ ਮੇਰਾ ਦਾਤਾ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਜਿਹੜੇ ਵਿਚਾਰ ਮੈਨੂੰ ਬਾਰ-ਬਾਰ ਮਾਰਦੇ ਸੀ, ਜਿਹੜਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਮੈਨੂੰ ਤੰਗ ਕਰਦਾ ਸੀ, ਮੇਰੀ ਆਤਮਾ ਨੂੰ ਖੁਆਰ ਕਰਦਾ ਸੀ, ਹੁਣ ਉਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਮੈਨੂੰ ਤੰਗ ਨਹੀਂ ਕਰ ਸਕਦਾ। ਕਿਉਂਕਿ ਮੇਰੇ ਕੋਲ ਗੁਰੂ ਵਾਲਾ ਪੱਖ ਹੈ। ਮੇਰੇ ਕੋਲ ਗੁਰੂ ਦੀ ਵਿਚਾਰ ਆ ਗਈ, ਮੇਰੇ ਕੋਲ ਗੁਰ ਮੱਤ ਆ ਗਈ। ਕੋਈ ਮਾੜਾ ਕੰਮ ਕਰਨ ਲੱਗਦਾ, ਗੁਰੂ ਮੱਤ ਦੇ ਕੇ ਰੋਕ ਲੈਂਦਾ। ਉਹ ਗੁਰ ਸਿੱਖਾ ਇਹ ਕੀ ਕਰਨ ਲੱਗਾ, ਰੁਕ ਜਾ, ਮੈਨੂੰ ਰਸ ਆ ਗਿਆ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਮ ਤਰਾਸ ਮਿਟਾਈ। ਇੱਕ ਅਰਦਾਸ, ਹੁਣ ਸਿੱਖ ਦੀ ਅਰਦਾਸ ਕੀ ਹੈ? ਧਨ ਪਦਾਰਥ ਨਹੀਂ ਮੈਂ ਮੰਗਦਾ ਤੇਰੇ ਕੋਲ, ਪੈਸਾ ਨਹੀਂ ਮੈਂ ਮੰਗਦਾ, ਦੌਲਤ ਸ਼ੌਹਰਤ ਨਹੀਂ ਮੈਂ ਮੰਗਦਾ। ਮੈਂ ਸਿੱਖ ਬਣ ਗਿਆ ਤੇ ਮੇਰੀ ਤੇਰੇ ਦਰ ਤੇ ਅਰਦਾਸ, ਸੱਚੇ ਪਾਤਸ਼ਾਹ ਸਾਚੇ ਨਾਮ ਕੀ ਲਾਗੈ ਭੂਖ। ਮੈਨੂੰ ਨਾਮ ਦੀ ਭੁੱਖ ਲੱਗਣ ਲੱਗ ਗਈ। ਦੇ ਨਾਮ ਸੰਤੋਖੀਆ, ਕਿਰਪਾ ਕਰ ਮੈਨੂੰ ਨਾਮ ਦੀ ਦਾਤ ਦੇ ਦੇਵੇ। ਜੇ ਮੈਂ ਬਿਨ ਤੁਧ ਹੋਰ ਜੇ ਮੰਗਣਾ, ਮੈਂ ਜਾਣ ਗਿਆ ਹਾਂ ਤੇਰੇ ਨਾਮ ਤੋਂ ਬਗੈਰ ਮੈਂ ਕੁਝ ਵੀ ਮੰਗਾ
ਸਿਰ ਦੁੱਖਾਂ ਕੈ ਦੁੱਖ, ਮੇਰੇ ਜੀਵਨ ਵਿੱਚ ਦੁੱਖ ਹੀ ਦੁੱਖ ਹੋਣਗੇ, ਕਿਉਂਕਿ ਮੈਂ ਸਮਝ ਗਿਆ, ਜਾਣ ਗਿਆ, ਪਹਿਚਾਨ ਗਿਆ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ ਕਿਰਪਾ ਕਰ। ਜਿਹੜਾ ਨੇਫਲ ਮਾਨੁਖ ਜਪੈ ਨਹੀਂ ਨਾਮ, ਮੇਰਾ ਜੀਵਨ ਇਹੋ ਜਿਹਾ ਹੋ ਗਿਆ, ਇਹਨੂੰ ਬਦਲ। ਅੰਤਲੀ ਪੰਕਤੀ ਦੇ ਅੰਦਰ ਕਹਿੰਦੇ, ਕਹੋ ਨਾਨਕ ਜਾਂ ਕੋ ਭਏ ਦਿਆਲਾ। ਐ ਨਾਨਕ ਆਖ ਜਿਹਨੂੰ ਗੁਰੂ ਦਿਆਲ ਹੋ ਜਾਵੇ, ਕਿਰਪਾ ਆ ਜਾਵੇ, ਤਰਸ ਆ ਜਾਵੇ। ਸਾਧ ਸੰਗ ਮਿਲ ਭਜੈ ਗੋਪਾਲਾ। ਏਦਾਂ ਫਿਰ ਸਾਧ ਸੰਗਤ ਵਿੱਚ ਬੈਠ ਕੇ ਗੁਰਮੁਖ ਪਿਆਰਿਓ ਪਰਮਾਤਮਾ ਦੀ ਵਿਚਾਰ ਨੂੰ ਭਜਦਾ ਹੈ, ਨਾਮ ਜਪਦਾ ਹੈ। ਗੁਰੂ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਕਿ ਇਹ ਸੰਗਤ ਦੇ ਸੁਭਾਗ ਬਖਸ਼ਿਸ਼ ਕੀਤੇ ਦਰਸ਼ਨਾਂ ਦੇ। ਆਪ ਸਰਬੱਤ ਸੰਗਤ ਦਾ ਕੋਟਾਨ ਕੋਟ ਧੰਨਵਾਦ ਹੈ। ਮਾਇਆ ਆਦ ਧਨ ਦੇ ਨਾਲ, ਆਪਣੀਆਂ ਅਸੀਸਾਂ ਦੇ ਨਾਲ ਦਾਸ ਨੂੰ ਬਖਸ਼ਿਸ਼ ਦਿੱਤੀ ਹੈ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ। ਹੈਡ ਗ੍ਰੰਥੀ ਸਾਹਿਬ ਗਿਆਨੀ ਬਲਦੇਵ ਸਿੰਘ ਜੀ ਅਤੇ ਗ੍ਰੰਥੀ ਸਾਹਿਬਾਨ ਸਮੂਹ ਸਟਾਫ ਦਾ ਧੰਨਵਾਦ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਪ੍ਰਵਾਨੋ ਜੀ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ। ਰਾਮ ਕਲੀ ਮਹੱਲਾ